ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਸਾਨੂੰ ਨਿਤ ਰੋਜ਼ਮਰਾ ਦੀ ਤਰ੍ਹਾਂ ਆਪਣਾ ਬਲ ਦੇ ਕੇ ਸਾਨੂੰ ਜੀਵਨ ਦਿੰਦਾ ਹੈ। ਅਸੀਂ ਤੇਰੇ ਵਿੱਚ ਜੀਵੰਤ ਹੁੰਦੇ ਹਾਂ। ਸਾਡੇ ਵਿੱਚ ਕੋਈ ਖੂਬੀ ਜਾਂ ਲਿਆਕਤ ਨਹੀਂ। ਇਹ ਆਪ ਸਾਡੇ ਲਈ ਇਸ ਲਈ ਕਰਦੇ ਹੋ ਕਿ ਅਸੀਂ ਆਪਣੇ ਜੀਵਨ ਨੂੰ, ਆਪਣੀ ਦੇਹ ਨੂੰ ਤੇਰੀ ਭਗਤੀ ਦੇ ਲਈ ਇਸਤੇਮਾਲ ਕਰ ਸਕੀਏ ਔਰ ਤੇਰਾ ਹੀ ਨਾਮ ਸਾਡੇ ਜੀਵਨ ਦੇ ਵਿੱਚ ਉੱਚਾ ਹੋ ਸਕੇ। ਅੱਜ ਜਦੋਂ ਅਸੀਂ ਪਰਮੇਸ਼ਰ ਪਿਤਾ 476ਵੇਂ ਇਸ ਬੁਲਾਹਟ ਅਧਿਐਨ ਦੇ ਵਿੱਚ ਪਰਮੇਸ਼ਰ ਪਿਤਾ ਜਾ ਰਹੇ ਹਾਂ, ਤਾਂ ਸਾਨੂੰ ਸਿੱਖਣ ਦੇ ਲਈ ਸਾਡੀ ਮਦਦ ਕਰੀ। ਜੋ ਵੀ ਤੇਰੇ ਵਚਨ ਦੇ ਨਾਲ ਬੈਠ ਕੇ ਸਿੱਖਦੇ ਨੇ, ਉਹਨਾਂ ਦੇ ਉੱਤੇ ਵੀ ਆਪਣੀ ਕਿਰਪਾ ਦਾ ਹੱਥ ਕਰੀ, ਤਾਂ ਕਿ ਉਹ ਵੀ ਤੇਰੇ ਵਿੱਚ ਵੱਧ ਸਕਣ ਅਤੇ ਤੇਰਾ ਨਾਮ ਉੱਚਾ ਹੋ ਸਕੇ। ਤੂੰ ਵਧੇ ਤੇ ਅਸੀਂ ਘਟੀਏ, ਅਜਿਹਾ ਹੋਣ ਦੇ ਲਈ ਸਾਡੀ ਮਦਦ ਕਰ, ਸਹਾਇਤਾ ਕਰ। ਸਭੋ ਕੁਝ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਇਹ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਕੱਲ ਅਸੀਂ ਜੋ ਵਚਨ ਦੇ ਵਿੱਚ ਅਸੀਂ ਕੀਤਾ ਸੀ, ਉਸ ਦੇ ਬਾਰੇ ਮੈਂ ਕੁਝ ਆਪ ਨੂੰ ਦੱਸ ਦੇਣਾ ਚਾਹੁੰਦਾ ਹਾਂ, ਤਾਂ ਕਿ ਅਸੀਂ ਜੋ ਮਨਨ ਦਿਨ ਚਰਿਆ ਦੇ ਵਿੱਚ ਕਰਦੇ ਜਾ ਰਹੇ ਹਾਂ, ਉਸ ਦੇ ਰਾਹੀਂ ਸਾਡੇ ਜੀਵਨ ਦੇ ਵਿੱਚ ਪ੍ਰਭੂ ਦੀ ਮਹਿਮਾ ਹੋ ਸਕੇ। ਅਸੀਂ ਪਹਿਲਾਂ ਰਸੂਲ ਦੇ ਬਾਰੇ ਦੇਖਿਆ ਸੀ, ਉਸ ਤੋਂ ਬਾਅਦ ਨਬੀਆਂ ਦੇ ਬਾਰੇ ਦੇਖਿਆ ਸੀ, ਔਰ ਅਸੀਂ ਇਹ ਵੀ ਦੇਖਿਆ ਸੀਗਾ ਕਿ ਜੋ ਪ੍ਰਚਾਰ ਕਰਦੇ ਆ, ਉਹਨਾਂ ਦੇ ਜੀਵਨ ਦੇ ਵਿੱਚ ਸੁਸਮਾਚਾਰ ਪ੍ਰਚਾਰਕ, ਉਹਨਾਂ ਦੇ ਵਿੱਚ ਕੀ ਕੁਆਲਿਟੀਜ਼ ਹੋਣੀ ਚਾਹੀਦੀ ਹੈ। ਔਰ ਅਸੀਂ ਇਹ ਦੇਖਿਆ ਸੀਗਾ ਜੋ ਪਾਸਵਾਨ ਹੈ, ਉਹਨਾਂ ਦੇ ਜੀਵਨ ਦੇ ਵਿੱਚ ਕੀ ਕੰਮ ਜਿਹੜਾ ਹੈ ਪਰਮੇਸ਼ਰ ਦੇ ਕਲੀਸਿਆ ਦੇ ਵਿੱਚ ਦਿੱਤਾ। ਅੱਜ ਫਿਰ ਮੈਂ ਕੁਝ ਪਾਸਵਾਨ ਦੇ ਉੱਤੇ, ਭਾਵ ਐਲਡਰਸ ਦੇ ਉੱਤੇ ਗੱਲ ਕਰਨ ਜਾ ਰਿਹਾ ਹਾਂ, ਕਿਉਂਕਿ ਐਲਡਰ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਬੜੀ ਗੰਭੀਰ ਜ਼ਿੰਮੇਵਾਰੀ ਹੈ, ਔਰ ਇਹ ਪਰਮੇਸ਼ਰ ਨੇ ਕਲੀਸਿਆ ਦੇ ਬਜ਼ੁਰਗਾਂ ਨੂੰ ਦਿੱਤੀ ਹੈ, ਜਿਸ ਦੇ ਬਾਰੇ ਮੈਂ ਕੱਲ ਦੱਸ ਚੁੱਕਾ ਹਾਂ ਕਿ ਐਲਡਰ ਜਿਹੜੇ ਹੈ ਉਹ ਕਲੀਸਿਆ ਦੇ ਪ੍ਰਤੀ ਗੰਭੀਰ ਹੋਣੇ ਚਾਹੀਦੇ ਆ, ਕਿਉਂਕਿ ਉਹਨਾਂ ਦੇ ਕੋਲ ਉਹਨਾਂ ਨੂੰ ਝੁੰਡ ਦੀ ਰਖਵਾਲੀ ਦੇ ਲਈ ਨਿਯੁਕਤ ਕੀਤਾ ਹੋਇਆ ਹੈ। ਔਰ ਅੱਜ ਮੈਂ ਦੇਖਣ ਜਾ ਰਿਹਾ ਕਿ ਇਹ ਜਿਹੜਾ ਬਜ਼ੁਰਗਾਂ ਦਾ ਕੰਮ ਹੈ, ਐਲਡਰਸ਼ਿਪ ਦਾ ਜਿਹੜਾ ਕੰਮ ਹੈ, ਉਹ ਕਲੀਸਿਆ ਦੇ ਨਿਗਾਹਵਾਨ ਵਜੋਂ, ਚਰਵਾਹਿਆਂ ਦੇ ਵੱਲੋਂ ਸੰਬੋਧਿਤ ਹੁੰਦਾ ਹੈ। ਇਹ ਇੱਕ ਸਿਧਾਂਤਕ ਅਤੇ ਭਿੰਨਤਾ ਦੇ ਵਿੱਚ ਹੈ, ਅਤੇ ਇਹ ਇੱਕ ਪਰਮੇਸ਼ਰ ਦੀ ਬੁਲਾਹਟ ਵਜੋਂ ਹੁੰਦਾ ਹੈ। ਔਰ ਜਦ ਤੱਕ ਇਸ ਚੀਜ਼ ਦੀ ਬੁਲਾਹਟ ਨਹੀਂ ਹੁੰਦੀ, ਜਦ ਤੱਕ ਉਹ ਇਸ ਚੀਜ਼ ਨੂੰ ਨਹੀਂ ਸਮਝ ਲੈਂਦਾ, ਉਦੋਂ ਤੱਕ ਉਹ ਕਲੀਸਿਆ ਦੀ ਚਰਵਾਹੀ ਨਹੀਂ ਕਰ ਸਕਦਾ ਹੈ। ਔਰ ਉਸ ਨਿਗਾਹਵਾਨ ਦੇ ਲਈ ਮੈਂ ਪਰਮੇਸ਼ਰ ਦੇ ਵਚਨ ਦੇ ਵਿੱਚ ਇਹ ਜ਼ਰੂਰ ਦੇਖਦਾ ਹਾਂ ਕਿ ਜਿਹੜਾ ਬਜ਼ੁਰਗ ਹੈ ਉਹਦੇ ਵਿੱਚ ਕੀ ਗੱਲ ਹੋਣੀ ਚਾਹੀਦੀ ਹੈ। ਜੇ ਅਸੀਂ ਪਹਿਲਾ ਥੈਸਲੋਨੀਕ ਦੀ ਪੁਸਤਕ, ਉਸ ਦੇ ਵਿੱਚ ਅਸੀਂ ਜਾਈਏ ਤਾਂ ਸਾਨੂੰ ਕੁਝ ਗੱਲਾਂ ਜਿਹੜੀਆਂ ਹੈ ਉਹਦੇ ਬਾਰੇ ਜ਼ਿੰਮੇਵਾਰੀ ਦੀਆਂ ਪਤਾ ਲੱਗਣੀਆਂ ਸ਼ੁਰੂ ਹੁੰਦੀਆਂ। 5:12 ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। 5:12 ਚ ਲਿਖਿਆ ਹੈ, ਹੁਣ ਹੇ ਭਰਾਵੋ, ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਭਾਈ, ਜਿਹੜੇ ਤੁਹਾਡੇ ਵਿੱਚ ਮਿਹਨਤ ਕਰਦੇ ਅਤੇ ਪ੍ਰਭੂ ਵਿੱਚ ਤੁਹਾਡੇ ਆਗੂ ਦਾ ਮਤਲਬ ਇੱਥੇ ਗ੍ਰੀਕ ਲੈਂਗੁਏਜ ਦੇ ਵਿੱਚ, ਜਾਂ ਅਸੀਂ ਬਾਈਬਲ ਦੀ ਦੂਸਰੀ ਲੈਂਗੁਏਜ ਦੇ ਵਿੱਚ ਜਾਈਏ ਤਾਂ ਉਹਨੂੰ ਆਖਦੇ ਆ ਐਲਡਰ। ਐਲਡਰ ਹਮੇਸ਼ਾ ਕਲੀਸਿਆ ਦੇ ਵਿੱਚ ਜਿਹੜੇ ਲੋਕ ਆ ਉਹਨਾਂ ਦੇ ਵਿੱਚ ਜਾ ਕੇ ਮਿਹਨਤ ਕਰਦੇ ਆ, ਅਤੇ ਉਹ ਸਾਨੂੰ ਚਿਤਾਰਦੇ ਵੀ ਹੈ ਅਤੇ ਸਾਨੂੰ ਸਿਖਾਉਂਦੇ ਵੀ ਹੈ। ਸਾਨੂੰ ਉਹਨਾਂ ਦੀ ਮੰਨਣੀ ਚਾਹੀਦੀ ਹੈ। ਇੱਥੇ ਸਾਫ਼ ਰੀਤੀ ਨਾਲ ਇੱਕ ਐਲਡਰਸ਼ਿਪ ਦੇ ਪ੍ਰਤੀ ਵਿਸ਼ਵਾਸੀਆਂ ਦੇ ਲਈ ਕਾਰਜ ਦਿੱਤਾ, ਕਿਉਂਕਿ ਜਿਹੜਾ ਐਲਡਰ ਹੈ, ਬਜ਼ੁਰਗ ਹੈ, ਬਾਈਬਲ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਉਹ ਦੁੱਗਣੇ ਆਦਰ ਦੇ ਯੋਗ ਹੈ।
ਪਰਮੇਸ਼ਵਰ ਨੇ ਇਹ ਜ਼ਿੰਮੇਵਾਰੀ ਉਸ ਨੂੰ ਆਪਣੀ ਬੁਲਾਹਟ ਦੇ ਰਾਹੀਂ ਸੌਂਪੀ ਹੋਈ ਹੈ। ਔਰ ਇਸ ਦੇ ਵਿੱਚ ਅਸੀਂ ਦੂਸਰਾ ਅਸੀਂ ਜਦੋਂ ਤੀਤੁਸ ਦੀ ਪੁਸਤਕ ਉਸ ਦਾ 3 ਅਧਿਆਏ ਉਸ ਦੀ 1 ਤੋਂ 5 ਦੇਖਦੇ ਹਾਂ ਤਾਂ ਉਹਦੇ ਵਿੱਚ ਵੀ ਐਲਡਰਸ਼ਿਪ ਦੇ ਬਾਰੇ ਸਾਫ਼ ਤਰੀਕੇ ਨਾਲ ਗੱਲ ਲਿਖੀ ਹੈ। 3 ਅਧਿਆਏ ਉਸ ਦੀ ਅਸੀਂ 1 ਤੋਂ 5 ਮੈਂ ਆਪਦੇ ਲਈ ਪੜ੍ਹਦਾ ਹਾਂ। ਕਹਿੰਦਾ ਉਹਨਾਂ ਨੂੰ ਚੇਤੇ ਕਰਾ ਭਾਈ ਹਾਕਮਾਂ ਅਤੇ ਇਖਤਿਆਰ ਵਾਲਿਆਂ ਦੇ ਅਧੀਨ ਹੋਣ ਅਤੇ ਆਗਿਆਕਾਰ ਬਣੇ ਰਹਿਣ ਅਤੇ ਹਰੇਕ ਸ਼ੁਭ ਕਰਮ ਉੱਤੇ ਲੱਕ ਬਣੀ ਰੱਖਣ। ਹਮੇਸ਼ਾ ਤਿਆਰ ਰਹਿਣਾ ਹੈ। ਇੱਕ ਬਜ਼ੁਰਗ ਦਾ ਕੰਮ ਹੈ। ਇਹ ਨਹੀਂ ਕਿ ਮੈਨੂੰ ਆਪਣਾ ਬਜ਼ੁਰਗੀ ਦੇ ਲਈ ਚੁਣ ਲਿਆ ਹੈ, ਬੁਲਾਹਟ ਦੇ ਵਿੱਚ ਮੈਂ ਆ ਗਿਆ, ਪਰ ਮੈਂ ਹੁਣ ਕਲੀਸਿਆ ਦਾ ਜੋ ਵੀ ਗੁੱਝਾ ਕੰਮ ਹੈ ਉਹਨੂੰ ਮੈਂ ਨਹੀਂ ਕਰ ਰਿਹਾ। ਕਲੀਸਿਆ ਦੇ ਵਿੱਚ ਮੈਨੂੰ ਪਤਾ ਲੱਗ ਰਿਹਾ ਉਹਨੂੰ ਹਰ ਇੱਕ ਕਲੀਸਿਆ ਦੀ ਨੀਡ ਦਾ, ਹਰ ਇੱਕ ਕਲੀਸਿਆ ਦੇ ਕਾਰਜ ਦਾ ਪਤਾ ਹੋਣਾ ਚਾਹੀਦਾ ਹੈ। ਕਿਹੜੀ ਭੀੜ ਕਮਜ਼ੋਰ ਹੈ, ਕਿਹੜੀ ਭੀੜ ਆਪਣਾ ਨਹੀਂ ਆ ਰਹੀ ਹੈ, ਕਿਹੜੀ ਭੀੜ ਦੇ ਵਿੱਚ ਕੀ ਕਮਜ਼ੋਰੀ ਹੈ, ਕਿਹੜੀ ਭੀੜ ਗਲਤ ਕੰਮ ਕਰ ਰਹੀ ਹੈ, ਕਿਹੜੀ ਭੀੜ ਗਲਤ ਰਸਤੇ ਦੇ ਉੱਤੇ ਜਾ ਰਹੀ ਹੈ। ਇਹ ਸਭ ਗੱਲਾਂ ਦੀ ਪਛਾਣ ਉਹਦੇ ਵਿੱਚ ਉਹਦੇ ਮੁਤਾਬਿਕ ਉਹਨਾਂ ਨੂੰ ਸਮਝਾਉਣ ਵਾਲਾ, ਸਿਖਾਉਣ ਵਾਲਾ ਹੋਣਾ ਚਾਹੀਦਾ ਹੈ। ਇਸ ਕਰਕੇ ਉਹ ਕਹਿੰਦਾ ਲੱਕ ਬੰਨ ਰੱਖੀ, ਕਿਸੇ ਦੀ ਬਦਨਾਮੀ ਨਾ ਕਰਨ। ਮਤਲਬ ਕਈਆਂ ਦੀ ਆਪਣਾ ਸਿੱਧਾ ਹਾਂਜੀ ਮੈਂ ਐਲਡਰ ਜੋ ਮਰਜ਼ੀ ਕਰੀ ਜਾਵਾਂ, ਨਹੀਂ, ਬੜੇ ਗੰਭੀਰਤਾ ਨਾਲ। ਇਹ ਇੱਕ ਬਹੁਤ ਗੰਭੀਰ ਸੇਵਕਾਈ ਹੈ, ਇੱਕ ਬਹੁਤ ਗੰਭੀਰ ਅਹੁਦਾ ਹੈ ਜਿਹਦੇ ਵਿੱਚ ਤੁਸੀਂ ਕੁਝ ਵੀ ਆਪਣੀ ਮਰਜ਼ੀ ਨਾਲ ਕਰ ਦਿੱਤਾ ਪਰਮੇਸ਼ਵਰ ਤੋਂ ਬਿਨਾਂ ਪੁੱਛੇ ਤਾਂ ਉਹਦਾ ਲੇਖਾ ਤੁਹਾਨੂੰ ਦੁੱਗਣਾ ਦੇਣਾ ਪਏਗਾ। ਬਾਈਬਲ ਦੇ ਵਿੱਚ ਇਹ ਵੀ ਮੈਂ ਦੱਸਾਂਗਾ ਕਿਉਂਕਿ ਉਹਨਾਂ ਨੂੰ ਲੇਖਾ ਦੇਣਾ ਪਏਗਾ, ਉਹ ਬਚ ਨਹੀਂ ਸਕਦੇ ਇਸ ਗੱਲ ਤੋਂ। ਇਸ ਲਈ ਉਹ ਕਹਿੰਦਾ ਹੈ ਉਹਨਾਂ ਦੇ ਉੱਤੇ ਅਧਿਕਾਰ ਨਾ ਜਤਾਉਣ, ਉਹਨਾਂ ਦੀ ਬਦਨਾਮੀ ਨਾ ਕਰਨ, ਝਗੜਾਲੂ ਨਹੀਂ ਸਗੋਂ ਸ਼ੀਲ ਸੁਭਾਅ ਹੋਣੇ ਚਾਹੀਦੇ ਹਨ, ਨਮਰਤਾ ਦੇ ਨਾਲ ਲੈ ਕੇ। ਜਿੱਥੇ ਝੜਕਣ ਦੀ ਜ਼ਰੂਰਤ ਹੈ, ਜਿੱਥੇ ਤਾੜਨ ਦੀ ਜ਼ਰੂਰਤ ਹੈ, ਉੱਥੇ ਉਹਨਾਂ ਨੂੰ ਸਭ ਗੱਲਾਂ ਗੰਭੀਰਤਾ ਨਾਲ। ਐ ਨਹੀਂ ਕਿ ਕਲੀਸਿਆ ਦੇ ਵਿੱਚ ਜਾ ਕੇ ਪਹਿਲਾਂ ਉਹਨੂੰ ਵਿਅਕਤੀਗਤ ਤਰੀਕੇ ਦੇ ਨਾਲ ਸਮਝਾਉਣ, ਫਿਰ ਜੇ ਨਹੀਂ ਸਮਝਦਾ ਫਿਰ ਉਹਨਾਂ ਨੂੰ 2 ਹੋਰ ਜਿਹੜੇ ਭਾਈ ਆ ਉਹਨਾਂ ਦੇ ਨਾਲ ਲੈ ਕੇ ਬੈਠਣ, ਜੇ ਨਹੀਂ ਸਮਝਦਾ ਫਿਰ ਕਲੀਸਿਆ ਦੇ ਵਿੱਚ ਲੈ ਕੇ ਆਉਣਾ। ਇਹ ਤਰੀਕਾ ਬਜ਼ੁਰਗਾਂ ਨੂੰ ਪਤਾ ਹੋਣਾ ਚਾਹੀਦਾ। ਜੇ ਬਜ਼ੁਰਗਾਂ ਨੂੰ ਇਹ ਤਰੀਕਾ ਨਹੀਂ ਪਤਾ ਹੈ ਤਾਂ ਪਿਆਰੋ ਉਹ ਕਲੀਸਿਆ ਕਦੇ ਵੀ ਸਥਿਰ ਨਹੀਂ ਹੁੰਦੀ, ਉਹ ਕਲੀਸਿਆ ਦੇ ਵਿੱਚ ਕਦੇ ਵੀ ਉન્નਤੀ ਨਹੀਂ ਹੁੰਦੀ ਜਿੱਥੇ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਦੇ ਵਿੱਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਲਿਖਿਆ ਹੈ ਅਤੇ ਮਤਲਬ ਕਿ 3 ਦਾ 2 ਪੜ੍ਹ ਰਿਹਾ, ਅਤੇ ਉਹਨਾਂ ਦੇ ਵਿੱਚ ਸਭੋ ਮਨੁੱਖਾਂ ਨਾਲ ਨਰਮਾਈ ਰੱਖਣ। ਸਾਰਿਆਂ ਨਾਲ ਨਰਮਾਈ ਹੋਣੀ ਚਾਹੀਦੀ ਹੈ ਔਰ ਸਾਰਿਆਂ ਨੂੰ ਉਹਨਾਂ ਨੂੰ ਮਿਲਣਾ ਚਾਹੀਦਾ। ਐ ਨਹੀਂ ਮੈਂ ਕੁਝ ਬੰਦਿਆਂ ਨੂੰ ਮਿਲਦਾ ਜਿਹੜੇ ਮੇਰੇ ਖਾਸ ਮਿਲਦੇ ਆ। ਬਾਈਬਲ ਦੇ ਵਿੱਚ ਲਿਖਿਆ ਹੈ ਉਹ ਸਭਨਾਂ ਨਾਲ ਨਰਮਾਈ ਦਾ ਭਾਵ ਨਮਰ ਸੁਭਾਅ ਦਾ ਮਤਲਬ ਮਿੱਠੇ ਬੋਲ ਉਹਨਾਂ ਦੇ ਵਿੱਚ ਹੋਣੇ ਚਾਹੀਦੇ ਹੈ। ਤਿੱਖੀ ਆਵਾਜ਼, ਤਿੱਖਾਪਨ ਉਹਨਾਂ ਦੇ ਵਿੱਚ ਨਹੀਂ ਹੋਣਾ ਚਾਹੀਦਾ। ਇੱਕ ਐਲਡਰ ਦਾ ਇਹ ਇਸ ਜਗ੍ਹਾ ਦੇ ਉੱਤੇ ਕਾਰਜ। ਦੂਸਰਾ ਅਸੀਂ 3 ਆਇਤ ਦੇ ਕਿਉਂ ਜੋ ਸਭ ਤੋਂ ਪਹਿਲਾਂ ਅਸੀਂ ਵੀ ਨਾਦਾਨ ਸੀ, ਅਣਆਗਿਆਕਾਰ, ਧੋਖਾ ਖਾਣ ਵਾਲੇ, ਅਨੇਕ ਪ੍ਰਕਾਰ ਦੇ ਬੁਰਿਆਂ ਵਿਸ਼ਿਆਂ ਅਤੇ ਭੋਗ ਵਿਲਾਸਾਂ ਦੇ ਗੁਲਾਮ ਸਾਂ, ਬੁਰਿਆਈ ਅਤੇ ਖਾਰ ਵਿੱਚ ਉਮਰ ਭੋਗਦੇ ਸਾਂ। ਇਹਦਾ ਮਤਲਬ ਕਹਿੰਦਾ ਆਪਣੇ ਪਹਿਲੇ ਜੀਵਨ ਦੇ ਉੱਤੇ ਧਿਆਨ ਕਰ ਲੈਣਾ ਅਸੀਂ ਕੀ ਸੀਗੇ। ਪੌਲਸ ਰਸੂਲ ਜਦੋਂ ਤੀਤੁਸ ਨੂੰ ਇਹ ਗੱਲ ਦੱਸ ਰਿਹਾ ਹੈ ਤਾਂ ਇਹਨਾਂ ਗੱਲਾਂ ਦੇ ਵਿੱਚ ਉਹਨਾਂ ਦਾ ਬੋਧ ਵੀ ਕਰ ਰਿਹਾ ਕਿ ਨਿਗਾਹਵਾਨ ਜਿਹੜੇ ਹੈਗੇ ਆ, ਪਾਸਵਾਨ ਜਿਹੜੇ ਹੈਗੇ ਆ, ਜਿਹੜੇ ਆਯਾਲੀ ਹੈਗੇ ਆ, ਉਹਨਾਂ ਦੇ ਵਿੱਚ ਇਹ ਗੱਲ ਹੋਣੀ ਚਾਹੀਦੀ ਹੈ। ਅਤੇ ਲਿਖਿਆ ਪਰ ਜਾਂ ਸਾਡੇ ਮੁਕਤੀ ਦਾਤਾ ਪਰਮੇਸ਼ਵਰ ਦੀ ਦਿਆਲਗੀ ਅਤੇ ਪ੍ਰੇਮ ਜੋ ਮਨੁੱਖਾਂ ਦੇ ਨਾਲ ਸੀ ਪ੍ਰਗਟ ਹੋਇਆ, ਤਾਂ ਉਸ ਨੇ ਉਹਨਾਂ ਧਾਰਮਿਕਤਾ ਦੇ ਕਰਮਾਂ ਕਰਕੇ ਨਹੀਂ ਜੋ ਅਸਾਂ ਕੀਤੇ, ਸਗੋਂ ਆਪਣੇ ਰਹਿਮ ਦੇ ਅਨੁਸਾਰ ਨਵੇਂ ਜਨਮ ਦੇ ਇਸ਼ਨਾਨ ਅਤੇ ਪਵਿੱਤਰ ਆਤਮਾ ਦੇ ਨਵੇਂ ਬਣਾਉਣ ਦੇ ਵਸੀਲੇ ਨਾਲ ਸਾਨੂੰ ਬਚਾਇਆ। ਇਹਦਾ ਮਤਲਬ ਇੱਕ ਐਲਡਰ ਦੇ ਵਿੱਚ, ਇੱਕ ਵਿਸ਼ਵਾਸੀ ਦੇ ਵਿੱਚ, ਇੱਕ ਸੁਸਮਾਚਾਰ ਪ੍ਰਚਾਰਕ ਦੇ ਵਿੱਚ ਨਵਾਂ ਜਨਮ ਪਾਇਆ ਹੋਇਆ ਹੁਣ ਜ਼ਰੂਰ ਹੋਣਾ ਚਾਹੀਦਾ। ਜੇ ਉਹਦੇ ਵਿੱਚ ਨਵਾਂ ਜਨਮ ਨਹੀਂ ਹੈ ਤਾਂ ਦੂਸਰਿਆਂ ਨੂੰ
ਕੀ ਸਿੱਖਿਆ ਦਊਗਾ, ਕਲੀਸਿਆ ਨੂੰ ਕੀ ਸੰਭਾਲੂਗਾ। ਇਹ ਗੱਲ ਤੀਤੁਸ ਦੇ ਵਿੱਚ ਤੀਤੁਸ ਨੂੰ ਪੌਲਸ ਰਸੂਲ ਬੜੇ ਸਪਸ਼ਟ ਸ਼ਬਦਾਂ ਨਾਲ ਦੱਸ ਰਿਹਾ ਕਿ ਤੁਹਾਡਾ ਕੰਮ ਕਿੰਨਾ ਗੰਭੀਰ ਹੈ, ਕਿੰਨਾ ਗੰਭੀਰਤਾ ਦੇ ਨਾਲ ਤੁਹਾਨੂੰ ਕਰਨਾ ਚਾਹੀਦਾ, ਅਤੇ ਨੈਤਿਕ ਅਤੇ ਸ਼ੁੱਧਤਾ ਅਤੇ ਖਰੀ ਸਿੱਖਿਆ ਜਿਹੜੀ ਹੈ ਉਹ ਤੁਹਾਡੇ ਵਿੱਚ ਹੋਣੀ ਚਾਹੀਦੀ ਹੈ। ਜਦੋਂ ਮੈਂ ਇਸ ਦਾ ਦੋ ਅਧਿਆਏ ਦਾ 7 ਅਤੇ 8 ਆਇਤ ਵੀ ਪੜ੍ਹਦਾ ਤਾਂ ਉਹਦੇ ਵਿੱਚ ਵੀ ਕਹਿੰਦਾ, ਅਤੇ ਸਭਨੀ ਗੱਲੀ ਤੂੰ ਆਪਣੇ ਆਪ ਨੂੰ ਸ਼ੁਭ ਕਰਮਾਂ ਨਾਲ ਨਮੂਨਾ ਕਰ ਵਿਖਾਲ, ਸਿੱਖਿਆ ਦੇਣ ਅਤੇ ਸੱਚਮਤਾਈ ਅਤੇ ਗੰਭੀਰਤਾਈ ਅਤੇ ਖਰਾ ਵਚਨ ਹੋਵੇ, ਜਿਹਦੇ ਉੱਤੇ ਕੋਈ ਦੋਸ਼ ਨਾ ਲਗਾ ਸਕੇ, ਸਗੋਂ ਭਾਈ ਵਿਰੋਧੀ ਸਾਡੇ ਉੱਤੇ ਔਗਣ ਲਾਉਣ ਦਾ ਦਾਅ ਨਾ ਪਾ ਕੇ ਲੱਜਿਆਵਾਨ ਹੋਣ। ਇਹਦਾ ਮਤਲਬ ਤੁਹਾਨੂੰ ਵਚਨ ਦੀ ਪੂਰੀ ਤਰ੍ਹਾਂ ਨਾਲ ਗੰਭੀਰਤਾ ਨਾਲ ਉਸ ਦੀ ਸਿੱਖਿਆ ਤੁਹਾਡੇ ਵਿੱਚ ਹੋਣੀ ਚਾਹੀਦੀ ਹੈ, ਔਰ ਉਸ ਦੇ ਨਾਲ ਤੁਸੀਂ ਵਚਨ ਦੇ ਨਾਲ ਸਤੇ ਹੋਣੇ ਚਾਹੀਦੇ। ਇਹ ਗੱਲਾਂ ਕਿਹਦੇ ਵਿੱਚ ਦੱਸ ਰਿਹਾ? ਬਜ਼ੁਰਗੀ ਦੇ ਵਿੱਚ ਦੱਸ ਰਿਹਾ। ਬਜ਼ੁਰਗੀ ਦੇ ਵਿੱਚ ਜੇ ਉਹਨਾਂ ਕੋਲ ਵਚਨ ਹੈ, ਵਚਨ ਦੀ ਸਿੱਖਿਆ ਹੈ, ਤਾਂ ਉਹ ਕਲੀਸਿਆ ਨੂੰ ਸਾਂਭ ਸਕਦੇ। ਇਸੇ ਕਰਕੇ ਤਿਮੋਥੀਅਸ ਦੀ ਪੁਸਤਕ ਦੇ ਵਿੱਚ ਜਦੋਂ ਮੈਂ ਪਹਿਲਾ ਤਿਮੋਥੀਅਸ ਉਸ ਦਾ 3 ਅਧਿਆਏ ਦੇ ਵਿੱਚ ਜਾਂਦਾ ਹਾਂ ਤਾਂ ਉਹਦੇ ਵਿੱਚ ਇੱਕ ਗੱਲ ਦੱਸ ਰਿਹਾ ਹੈ। ਕੀ ਦੱਸ ਰਿਹਾ? ਕਹਿੰਦਾ ਹੈ 4 ਆਇਤ ਦੇ ਵਿੱਚ, ਆਪਣੇ ਘਰ ਦਾ ਚੰਗੀ ਤਰ੍ਹਾਂ ਪ੍ਰਬੰਧ ਕਰਨ ਵਾਲਾ ਅਤੇ ਆਪਣੇ ਬਾਲਕਾਂ ਨੂੰ ਪੂਰੀ ਗੰਭੀਰਤਾਈ ਨਾਲ ਵਸ ਵਿੱਚ ਰੱਖਣ ਵਾਲਾ ਹੋਣਾ ਚਾਹੀਦਾ ਹੈ। ਇਹਦਾ ਮਤਲਬ ਉਹਦੇ ਪਰਿਵਾਰ ਦੇ ਵਿੱਚ ਵੀ ਇੱਕ ਡਿਸਿਪਲਨ, ਇੱਕ ਅਨੁਸ਼ਾਸਨਾਤਮਕ ਜੀਵਨ ਹੋਣਾ ਚਾਹੀਦਾ। ਐ ਨਹੀਂ ਬੱਚੇ ਕੋਈ ਹੋਰ ਕੰਮ ਕਰ ਰਿਹਾ ਤੇ ਆਪ ਉਹ ਕਿਤੇ ਹੋਰ ਚੱਲ ਰਿਹਾ ਹੈ, ਆਪਣਾ ਪਤਨੀ ਆਪਣਾ ਕਹਿਣੇ ਦੇ ਵਿੱਚ ਨਹੀਂ ਆ, ਪਤਨੀ ਸੁਣਦੀ ਨਹੀਂ ਹੈ। ਇਹ ਅਜਿਹਾ ਕੋਈ ਵਿਅਕਤੀ ਉਸ ਨੂੰ ਐਲਡਰਸ਼ਿਪ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਵਚਨ ਸਾਫ਼ ਇੱਥੇ ਦੱਸਦਾ, ਜਿਹੜਾ ਆਪਣੇ ਪਰਿਵਾਰ ਨੂੰ ਕੰਟਰੋਲ ਨਹੀਂ ਕਰ ਸਕਦਾ, ਜਿਹੜਾ ਆਪਣੇ ਪਰਿਵਾਰ ਦੇ ਵਿੱਚ ਕਲੀਸਿਆ ਦੇ ਨਿਮਿਤ ਨਮੂਨਾ ਨਹੀਂ ਹੈ, ਉਹ ਪਾਸਵਾਨੀ ਨਾ ਕਰੇ, ਉਹ ਬਜ਼ੁਰਗੀ ਦਾ ਕੰਮ ਨਾ ਕਰੇ। ਉਹਨੂੰ ਆਪਣੇ ਆਪ ਦੇ ਵਿੱਚ ਬਹੁਤ ਹੋ ਜਾਣਾ ਚਾਹੀਦਾ ਹੈ। ਮੇਰੇ ਲਈ ਇਹ ਬੜਾ ਗਲਤ ਕੰਮ ਹੈ। ਉਹਨੂੰ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਵਚਨ ਦੇ ਨਾਲ ਡਿਸਿਪਲਿਨ ਕਰਨਾ ਸਿਖਾਉਣਾ ਚਾਹੀਦਾ ਹੈ। ਜੇ ਉਹਦਾ ਪਰਿਵਾਰ ਡਿਸਿਪਲਿਨਤਾ ਦੇ ਵਿੱਚ ਨਹੀਂ ਹੈ ਤਾਂ ਕਲੀਸਿਆ ਨੂੰ ਕਿਸ ਤਰ੍ਹਾਂ ਅਨੁਸ਼ਾਸਨ ਦੇ ਵਿੱਚ ਲਿਆ ਸਕਦਾ ਹੈ? ਉਹ ਕਿਸ ਤਰ੍ਹਾਂ ਕਲੀਸਿਆ ਦੇ ਵਿੱਚ ਅਨੁਸ਼ਾਸਨ ਦੇ ਅਨੁਸਾਰ ਆਪਣੇ ਜੀਵਨ ਨੂੰ ਬਿਤਾ ਸਕਦਾ ਹੈ? ਇਸ ਲਈ ਇਹ ਬੜਾ ਗੰਭੀਰਤਾ ਦਾ ਕਾਰਜ ਹੈ। ਉਸ ਦੇ ਨਾਲ ਕਹਿੰਦਾ, ਪਰ ਜੇ ਕੋਈ ਆਪਣੇ ਹੀ ਘਰ ਦਾ ਪ੍ਰਬੰਧ ਕਰਨਾ ਨਾ ਜਾਣੇ ਤਾਂ ਪਰਮੇਸ਼ਰ ਦੀ ਕਲੀਸਿਆ ਦੀ ਰਖਵਾਲੀ ਕੀਕਰ ਕਰੇਗਾ। ਇਹਦਾ ਮਤਲਬ ਇੱਥੇ ਪੌਲਸ ਨੇ ਸਾਫ਼ ਹੀ ਕਹਿਤਾ ਤਿਮੋਥੀਅਸ ਨੂੰ, ਕਹਿੰਦਾ ਜਿਹਦਾ ਆਪਣਾ ਹੀ ਘਰ ਸਹੀ ਨਹੀਂ ਹੈ, ਜਿਸ ਦੇ ਆਪਣੇ ਘਰ ਦੇ ਵਿੱਚ ਅਨੁਸ਼ਾਸਨ ਨਹੀਂ ਹੈ, ਜਿਸ ਦੇ ਆਪਣੇ ਘਰ ਦੇ ਵਿੱਚ ਪਰਮੇਸ਼ਰ ਦੇ ਵਚਨ ਦਾ ਅਤੇ ਪਰਮੇਸ਼ਰ ਦਾ ਭਉ ਨਹੀਂ ਹੈ, ਉਹ ਕਿਸ ਤਰ੍ਹਾਂ ਕਲੀਸਿਆ ਦੇ ਵਿੱਚ ਇੱਕ ਨਿਯਮ ਦੀ ਗੱਲ ਕਰ ਸਕਦਾ ਹੈ, ਇੱਕ ਸਿਖਾਉਣ ਦੀ ਗੱਲ ਕਰ ਸਕਦਾ ਹੈ, ਇੱਕ ਸਮਝਾਉਣ ਦੀ ਗੱਲ ਕਰ ਸਕਦਾ? ਉਹ ਕਿਸ ਤਰ੍ਹਾਂ ਕਰ ਸਕਦਾ ਹੈ ਜਦ ਉਹਦੇ ਆਪਣੇ ਘਰ ਦੇ ਵਿੱਚ ਹੀ ਨਹੀਂ? ਇਹਦਾ ਮਤਲਬ ਜਿਹੜੀ ਐਲਡਰਸ਼ਿਪ ਹੈ, ਅਸੀਂ ਕਹਿ ਦਿੰਦੇ ਹਾਂ ਐਲਡਰਸ਼ਿਪ ਦੇ ਵਿੱਚ ਬਹੁਤ ਗੰਭੀਰ ਹੋ ਕੇ ਚੱਲਣ ਦੀ ਲੋੜ ਹੈ। ਕਲੀਸਿਆ ਨੂੰ ਪਤਾ ਹੋਣਾ ਚਾਹੀਦਾ ਸੱਚਮੁੱਚ ਵਾਕਈ ਇਹ ਪਰਮੇਸ਼ਰ ਦਾ ਭੈ ਰੱਖਣ ਵਾਲੇ ਬਜ਼ੁਰਗ ਹੈ, ਇਹਦਾ ਜਿਹੜਾ ਪਰਿਵਾਰ ਹੈ ਸੱਚਮੁੱਚ ਪਰਮੇਸ਼ਰ ਦੇ ਭੈ ਦੇ ਨਾਲ ਚੱਲਣ ਵਾਲਾ ਪਰਿਵਾਰ ਹੈ। ਜੇ ਸਾਡੇ ਵਿੱਚ ਹੀ ਇਹ ਚੀਜ਼ ਨਹੀਂ ਹੈ ਤਾਂ ਪਿਆਰੋ, ਜੇ ਅਸੀਂ ਬਜ਼ੁਰਗੀ ਦੇ ਵਿੱਚ ਆ ਤਾਂ ਉਹਦੇ ਵਿੱਚ ਸਵਾਲੀਆ ਨਿਸ਼ਾਨ ਸਾਡੇ ਮੂਹਰੇ ਖੜੇ ਹੋ ਜਾਣਗੇ। ਕੋਈ ਵੀ ਵਿਅਕਤੀ ਸਾਡੀ ਬਜ਼ੁਰਗੀ ਦੇ ਉੱਤੇ ਸਵਾਲੀਆ ਨਿਸ਼ਾਨ ਕਰੇਗਾ। ਇਸ ਲਈ ਸਾਨੂੰ ਉਸ ਦੇ ਪ੍ਰਤੀ ਗੰਭੀਰ ਹੋਣ ਦੀ ਲੋੜ ਹੈ। ਔਰ ਅੱਗੇ ਕਹਿੰਦਾ ਉਹ ਨਵਾਂ ਚੇਲਾ ਨਹੀਂ ਹੋਣਾ ਚਾਹੀਦਾ। ਹਾਂਜੀ, ਆਪਣਾ 1 ਸਾਲ ਹੋਇਆ, 2 ਸਾਲ ਹੋਏ, 3 ਸਾਲ ਹੋਏ, 4 ਸਾਲ ਹੋਏ, ਚਲੋ ਜੀ ਇਹਨੂੰ ਐਲਡਰ ਬਣਾ ਲਓ। ਜੋ ਵਿਅਕਤੀ ਇਹ ਕੰਮ ਕਰ ਰਿਹਾ ਉਹ ਬੜੇ ਗਲਤ ਹੈ। ਉਹਨਾਂ ਨੇ ਹਜੇ ਤੱਕ ਕਲੀਸਿਆ ਦਾ ਕੁਝ ਦੇਖਿਆ ਨਹੀਂ ਹੈ।
ਕਈ ਵਿਅਕਤੀ ਜਿਹੜੇ ਆ ਕਾਫੀ ਜ਼ਿਆਦਾ ਵਚਨ ਦੇ ਨਾਲ ਮੈਚੁਰ ਹੋ ਕੇ, ਜਿਨ੍ਹਾਂ ਦੇ ਵਿੱਚ ਪਰਮੇਸ਼ਰ ਦੀ ਸਾਨੂੰ ਆਪਣਾ ਕਾਬਲੀਅਤ ਨਜ਼ਰ ਆਉਂਦੀ ਹੈ ਕਿ ਹਾਂ ਇਹ ਕਲੀਸਿਆ ਦੇ ਬਾਰੇ ਸੋਚ ਰਹੇ ਆ, ਹਾਂ ਇਹ ਕਲੀਸਿਆ ਦੇ ਵਧਣ ਦੇ ਬਾਰੇ ਕੰਮ ਕਰ ਰਹੇ ਆ, ਹਾਂ ਇਹ ਕਲੀਸਿਆ ਨੂੰ ਚੰਗੀ ਤਰ੍ਹਾਂ ਸੰਭਾਲ ਰਹੇ ਆ, ਹਾਂ ਇਹ ਕਲੀਸਿਆ ਦੇ ਵਿੱਚ ਚੰਗੀ ਤਰ੍ਹਾਂ ਕੰਮ ਕਰ ਰਹੇ ਆ, ਉਹ ਵਿਅਕਤੀ ਹੀ ਕਲੀਸਿਆ ਦਾ ਨਰਤੱਬ ਕਰਨ ਵਾਲੇ, ਕਲੀਸਿਆ ਦੇ ਆਗੂ ਬਣਨ ਦੇ ਯੋਗ ਹੈ। ਸਾਨੂੰ ਉਹਨਾਂ ਦੀ ਪਛਾਣ ਹੋਣੀ ਚੰਗੀ ਹੈ। ਕਹਿੰਦਾ ਫਿਰ ਨਵਾਂ ਚੇਲਾ ਨਾ ਹੋਵੇ, ਔਰ ਕਹਿੰਦਾ ਉਹ ਕਿਤੇ ਫੁੱਲ ਕੇ ਸ਼ੈਤਾਨ ਦੀ ਸਜ਼ਾ ਦੇ ਵਿੱਚ ਨਾ ਜਾਵੇ। ਲੈ, ਮੈਂ ਹਜੇ ਹੁਣ ਆਇਆ, ਮੈਨੂੰ ਐਲਡਰ ਬਣਾਤਾ, ਮੈਂ ਜੋ ਮਰਜ਼ੀ ਕਰ ਸਕਦਾ, ਮੈਂ ਬਹਿ ਜਾ ਇੱਥੇ, ਏਦਾਂ ਕਰ ਲਾ। ਕਈ ਐਲਡਰਾਂ ਦੇ ਵਿੱਚ ਮੈਂ ਗੱਲਾਂ ਦੇਖੀਆਂ ਹੋਈਆਂ। ਅਜਿਹੇ ਕੰਮ ਨਹੀਂ ਹੋਣੇ ਚਾਹੀਦੇ, ਬਲਕਿ ਕਲੀਸਿਆ ਨੂੰ ਉਹਨਾਂ ਦੇ ਵਿੱਚ ਵਧਾਉਣ ਦਾ ਕੰਮ ਹੋਣਾ ਚਾਹੀਦਾ ਹੈ। ਔਰ ਅੱਗੇ ਕਹਿੰਦਾ ਹੈ ਫੁੱਲ ਕੇ ਸ਼ੈਤਾਨ ਦੀ ਸਜ਼ਾ ਵਿੱਚ ਨਾ ਪਵੇ, ਨਾਲੇ ਚਾਹੀਦਾ ਹੈ ਕਿ ਬਾਹਰ ਵਾਲਿਆਂ ਦੇ ਕੋਲ ਉਸ ਦੀ ਨੇਕ ਨਾਮੀ ਹੋਵੇ। ਨੇਕ ਨਾਮੀ ਹੋਵੇ ਭਾਈ, ਉਹ ਬੋਲੀ ਹੇਠ ਨਾ ਆ ਜਾਵੇ ਅਤੇ ਸ਼ੈਤਾਨ ਦੀ ਫਾਹੀ ਵਿੱਚ ਨਾ ਫਸ ਜਾਵੇ। ਮਤਲਬ ਉਹਦਾ ਨੇਕ ਨਾਮ ਹੋਣਾ ਚਾਹੀਦਾ। ਹਾਂਜੀ ਉਹ ਭਾਈ, ਹਾਂ ਉਹਦੇ ਕੋਲ ਚੱਲਦੇ। ਜੇ ਉਹਦਾ ਨੇਕ ਨਾਮ ਹੀ ਨਹੀਂ ਹੈ, ਉਹਦੇ ਨਾਮ ਦੀ ਕਿਤੇ ਆਪਣਾ ਪ੍ਰਸ਼ੰਸਾ ਨਹੀਂ ਹੋ ਰਹੀ ਹੈ, ਤਾਂ ਕਿੱਦਾਂ ਹੋਊਗਾ? ਇਸ ਲਈ ਇੱਕ ਬਜ਼ੁਰਗ ਦਾ ਬੜਾ ਗੰਭੀਰ ਕਾਰਜ ਹੈ। ਦੂਸਰਾ ਮੈਂ ਪੜ੍ਹ ਰਿਹਾ ਹਾਂ ਇਸ ਦੇ ਵਿੱਚ ਪਹਿਲਾ ਪਤਰਸ 5 ਅਧਿਆਏ ਔਰ ਉਸ ਦੀ ਪਹਿਲੀ ਅਤੇ ਦੂਜੀ ਆਇਤ। ਜਿਹੜੇ ਬਜ਼ੁਰਗ ਤੁਹਾਡੇ ਵਿੱਚ ਹਨ, ਉਹਨਾਂ ਦੇ ਨਾਲ ਬਜ਼ੁਰਗ ਅਤੇ ਮਸੀਹ ਦੇ ਦੁੱਖਾਂ ਦੇ ਗਵਾਹ ਨਾਲੇ ਤੇਜ ਵਿੱਚ ਜੋ ਪ੍ਰਕਾਸ਼ ਹੋਣ ਵਾਲਾ ਹੈ ਸਾਂਝੀ ਹਾਂ, ਅਤੇ ਉਹਨਾਂ ਦੇ ਅੱਗੇ ਬੇਨਤੀ ਕਰਦਾ ਭਾਈ, ਤੁਸੀਂ ਪਰਮੇਸ਼ਵਰ ਦੇ ਉਸ ਇੱਜੜ ਦੀ ਜੋ ਤੁਹਾਡੇ ਵਿੱਚ ਹੈ ਚਰਵਾਹੀ ਕਰੋ, ਅਤੇ ਲਾਚਾਰੀ ਨਾਲ ਨਹੀਂ ਸਗੋਂ ਖੁਸ਼ੀ ਨਾਲ ਪਰਮੇਸ਼ਵਰ ਦੀ ਇੱਛਾ ਅਨੁਸਾਰ, ਅਤੇ ਝੂਠੇ ਨਫੇ ਕਰਨ ਸਗੋਂ ਮਨ ਦੀ ਚਾਹ ਨਾਲ। ਲਾਚਾਰੀ ਨਾਲ ਨਾ ਕਰੋ, ਲੈ ਯਾਰ ਹੁਣ ਸਾਨੂੰ ਆਹ ਵੀ ਕਰਨਾ ਪੈਣਾ, ਆਹ ਵੀ ਕਰਨਾ ਪੈਣਾ। ਖੁਸ਼ੀ ਦੇ ਨਾਲ ਇਹ ਸੇਵਕਾਈ ਕਰਨੀ ਪੈਣੀ। ਜਿਹੜਾ ਖੁਸ਼ੀ ਦੇ ਨਾਲ ਇਹ ਕੰਮ ਕਰਦਾ ਹੈ, ਖੁਸ਼ੀ ਦੇ ਨਾਲ ਕਲੀਸਿਆ ਦੇ ਵਿੱਚ ਉਹਨਾਂ ਨੂੰ ਲੈ ਕੇ ਚੱਲਦਾ ਹੈ, ਉੱਥੇ ਬਜ਼ੁਰਗੀ ਦੀ ਪਛਾਣ ਹੋ ਜਾਂਦੀ ਹੈ ਤੇ ਪਤਾ ਲੱਗ ਜਾਂਦਾ ਹੈ ਕਿ ਪਰਮੇਸ਼ਵਰ ਨੇ ਇਹਨੂੰ ਬਜ਼ੁਰਗ ਦੇ ਤੌਰ ਤੇ ਚੁਣਿਆ ਹੈ। ਅਗਲਾ ਜਿਹੜਾ ਦਾਨ ਹੈ ਬੁਲਾਹਟ ਦੇ ਵਿੱਚ, ਉਹ ਹੈ ਉਸਤਾਦ। ਉਸਤਾਦ ਦਾ ਮਤਲਬ ਉਪਦੇਸ਼ਕ। ਉਸਤਾਦ ਦਾ ਮਤਲਬ ਉਪਦੇਸ਼ਕ। ਉਹ ਮਨੁੱਖ ਹਨ ਜਿਹੜੇ ਕਿ ਜੋ ਬਾਈਬਲ ਆਖਦੀ ਹੀ ਦੀ ਵਿਆਖਿਆ ਕਰਨ ਅਤੇ ਜੋ ਇਸ ਦਾ ਅਰਥ ਹੈ ਉਸ ਦਾ ਅਨੁਵਾਦ ਕਰਨ। ਕਈ ਆਪਣਾ ਮੈਂ ਦੇਖਦਾ ਕਈ ਜਗ੍ਹਾ ਦੇ ਉੱਤੇ, ਕਈ ਕਲੀਸਿਆਵਾਂ ਦੇ ਉੱਤੇ ਉੱਦਾਂ ਹੀ ਜਾ ਕੇ ਖੜੇ ਹੋ ਜਾਂਦੇ ਆ ਤੇ ਬਾਈਬਲ ਨੂੰ ਇਸ ਤਰ੍ਹਾਂ ਪੜ੍ਹਨਾ ਸ਼ੁਰੂ ਕਰ ਦਿੰਦੇ ਆ। ਜਦੋਂ ਬਾਈਬਲ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਆ ਤਾਂ ਉਹਨਾਂ ਦਾ ਕੋਈ ਅਰਥ ਸਹੀ ਨਹੀਂ ਨਿਕਲਦਾ। ਉਹ ਜਾ ਕਿੱਧਰ ਨੂੰ ਰਿਹਾ, ਵਿਸ਼ਾ ਕੋਈ ਹੈ, ਆਪਣਾ ਸਬਜੈਕਟ ਕਿੱਧਰ ਨੂੰ ਜਾ ਰਿਹਾ, ਅਸੀਂ ਕੰਮ ਕੀ ਕਰ ਰਹੇ। ਉਹ ਸੋਚਦੇ ਆ ਇਹ ਜਿਹੜੀਆਂ ਭੇਡਾਂ ਮੋਹਰੇ ਬੈਠੀਆਂ ਇਹਨਾਂ ਨੂੰ ਕੁਛ ਨਹੀਂ ਪਤਾ, ਇਹ ਕਿਹੜਾ ਘਰੇ ਜਾ ਕੇ ਇਹਨਾਂ ਨੇ ਫੇਰ ਘਰ ਜਾ ਕੇ ਪੱਠੇ ਪਾਉਣੇ ਆ, ਉੱਥੇ ਆਪਣੇ ਕੰਮਾਂ 'ਚ ਲੱਗ ਜਾਣਾ, ਹਾਂਜੀ 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 ਕਰਦੇ, ਘਰ ਜਾ ਕੇ ਉਹ ਬਾਈਬਲ ਨਹੀਂ ਪੜ੍ਹਦੇ। ਇਸ ਕਰਕੇ ਅਸੀਂ ਜੋ ਚਾਹੀਏ ਬੋਲੀ ਜਾਈਏ ਉਹਨਾਂ ਦੇ ਅੱਗੇ। ਇਹ ਬੜੀ ਗਲਤ ਗੱਲ ਹੈ। ਯਾਦ ਰੱਖੋ, ਤੁਸੀਂ ਪਰਮੇਸ਼ਵਰ ਦੇ ਰਾਜ ਦਾ ਕੰਮ ਕਰ ਰਹੇ ਹੋ। ਤੁਹਾਨੂੰ ਪਰਮੇਸ਼ਵਰ ਨੇ ਬੁਲਾਇਆ ਹੈ ਆਪਣੇ ਰਾਜ ਦੀਆਂ ਭੇਡਾਂ ਦੇ ਲਈ। ਜੇ ਤੁਸੀਂ ਉਹਦੇ ਕੋਲ ਸਹੀ ਸਿੱਖਿਆ ਔਰ ਸਹੀ ਸਿੱਖਿਆ ਦਾ ਅਨੁਵਾਦ ਨਹੀਂ ਕਰ ਰਹੇ ਹੋ, ਉਚਾਰਨ ਨਹੀਂ ਕਰ ਰਹੇ ਹੋ, ਜੋ ਪਰਮੇਸ਼ਵਰ ਉਹਨਾਂ ਦੇ ਲਈ ਕਹਿ ਰਿਹਾ, ਜੋ ਉਹਨਾਂ ਦੀ ਨੀਡ ਆ ਉਹ ਨਹੀਂ ਦੇ ਰਹੇ ਹੋ, ਤਾਂ ਇਸ ਦਾ ਬਹੁਤ ਵੱਡਾ ਲੇਖਾ
ਉਪਦੇਸ਼ਕਾਂ ਨੂੰ। ਬਹੁਤ ਜ਼ਿਆਦਾ ਲੋਕ ਕਹਿੰਦੇ ਆ ਜੀ ਮੈਂ ਖੜ ਕੇ ਬੋਲਣਾ ਚਾਹੁੰਦਾ, ਮੈਂ ਪ੍ਰਚਾਰ ਕਰਨਾ ਚਾਹੁੰਦਾ। ਜਦ ਤੱਕ ਉਹ ਮਤਲਬ ਕਿ ਬੋਲ ਨਹੀਂ ਨਾ ਲੈਂਦੇ, ਉਦੋਂ ਤੱਕ ਉਹਨਾਂ ਨੂੰ ਚੈਨ ਨਹੀਂ ਆਉਂਦੀ। ਹਾਂ ਮੈਂ ਹੁਣ ਬੋਲ ਲਿਆ, ਲੇਕਿਨ ਉਹਦੀ ਸਿੱਖਿਆ ਕੀ ਸੀ? ਤੁਸੀਂ ਸਿਖਾਉਣ ਕੀ ਜਾ ਰਹੇ ਹੋ? ਭੇਡਾਂ ਜਿਹੜੀਆਂ ਤੁਹਾਡੇ ਵੱਲ ਤੱਕ ਰਹੀਆਂ ਕਿ ਅੱਜ ਸਾਨੂੰ ਕਿਹੋ ਜਿਹਾ ਭੋਜਨ ਮਿਲੇਗਾ, ਉਹ ਭੋਜਨ ਮਿਲ ਰਿਹਾ ਹੈ ਨਹੀਂ ਮਿਲ ਰਿਹਾ, ਕੀ ਸੋਚ ਰਹੇ ਹਾਂ ਅਸੀਂ ਜੋ ਮੂੰਹ ਦੇ ਵਿੱਚ ਆਉਂਦਾ ਉਹ ਬੋਲਦੇ ਜਾ ਰਹੇ। वचन आसान नहीं है, वचन करना आसान नहीं है। उसके लिए मेरे विच परमेश्वर दे वचन दे प्रति अणख होनी चाहिए है। जे मेरी परमेश्वर दे वचन दे प्रति अणख नहीं है तो मैं किस तरह दूसरे नूं फीड दे सकदा? मैं इस वचन नूं, कोई भी वचन है देण तो बहुत डरदा। जे मैनू अपना नहीं पता है तो मैं की कहंदा, भाई मैनू इस दे बारे सोच लैण दे, फिर मैं दसूंगा। ऐ नहीं कि उत्थे मैं सोच लवां मैं हुण दस्सिया नहीं मेरी बेइज्जती हो जानी। गलत गल, गलत संदेश और गलत उपदेश नहीं जाना चाहिए किसी को। अपनी लत उपर रखण दे लई ये काम कदे नहीं करना। ये परमेश्वर दा वचन है, पवित्र वचन है। उसका गलत संदेश उन्होंने जे वो गलत उन्होंने विच चला गया तो बहुत औखा आएगा। मैं समझदा हाँ प्रिस्किला अते अक्विला दो अपना जन सी रसूलों के करतब दे विच जदों असीं 19 अध्याय पढ़ते हैं तो उहदे च सानूं पता लगता है उत्थे पौलुस नां दा आके प्रचार शुरू करता है। वो यूहन्ना दे बपतिस्मे दा प्रचार करता सी। पर स्किला अक्विला ने जदों अपना सभा खत्म हो गई उन्होंने अपने घर जाके लै गए अते उन्होंने प्रभु यसू मसीह दे उस बपतिस्मे दे बारे दस्या जिस दा होली कमीशन मती रची सुसमाचार 19 अते 20 आयत दे विच दस्या गया। सही सिक्ख्या दे बारे, सही उपदेश दे बारे सानू परमेश्वर दे वचन दा बहुत होना चाहिए। जे सही उपदेश साडे कोल नहीं है, जे असी तैयार नहीं हाँ, असी चर्च च जाके बाइबल खोल रहे हैं, बड़ी गलत गल है। फिर वो आत्मा की तैयारी नहीं, फिर थाडी अपनी शारीरिक तैयारी है, अपना टेस्ट दूसरिਆਂ ਨੂੰ देण ਦੀ तैयारी है। वो परमेश्वर दे आत्मा की तैयारी नहीं। संसार का ईश्वर इहो चाहता है कि असी शरीर का टेस्ट ना दईए, आत्मिकता का टेस्ट नहीं असी दे रहे। आत्मिकता टेस्ट है स्वर्गीय गल्लां जिस दे नाल उन्हां दी आत्मिक उन्नति हो सके और आत्मिकता दे विच उठदे जाण। जिवें मेरा प्रभु आएगा उसे आत्मिकता दे विच असी उपर उठना है। ये गल साडे विच होनी जरूरी है। जिहड़े उस्ताद है जिन्हां नूं प्रभु ने उस्तादी करके बुलाया है उन्हां दे विच ये गल होनी चाहिए है। इस नूं संतां नूं मतलब विश्वासियां दे दिलां अते मनां लई लागू करन दे लई ईश्वरीय बल पाए होने चाहिए है। इहदा मतलब उन्हां कोल ईश्वरीय आत्मा दा प्रकाश होना चाहिए है। जो ईश्वरीय आत्मा दा प्रकाश उन्हां विच नहीं है तां याद रख लियो प्यारेओ, पछाण लियो वो उपदेशक नहीं है। एक बार मैं केरल दे विच सी ते एक व्यक्ति अपना प्रचार कर रहा सी कलीसिया दे विच ते एल्डर नूं जिद्दां ही पता लगा कि वो गलत है उन्हें उन्होंने कहा बैठ जाओ। और वो व्यक्ति देखता रह गया, पता नहीं की गल है काते किया। वो बिठाल के एल्डर ने उस जगह ते ओदा सही खुलासा उन्हां दे सामने किया। प्यारो मेरी कलीसिया है, मेरे लोग है, मेरे विश्वासी है, उन्हां दी उन्नति दे लई परमेश्वर दे आत्मा दा प्रकाशन जद तक मैं सही नहीं दिंदा उदों तक कलीसिया आत्मिकता दे विच उन्नत नहीं हो सकती। इसलिए उपदेशक दा जिहड़ा उपदेश करन दा व्याख्या दा संचार है वो परमेश्वर दी वलों दित्ती हुई दात है, उहदा सानू दूरों पता लग जाएगा। उपदेशक दा मुख्य निशाना पवित्र आत्मा की सहायता द्वारा सच्चाई दे संदेश की सुरक्षा करना है।
ਸੱਚਾਈ ਦੇ ਸੰਦੇਸ਼ ਦੀ ਸੁਰੱਖਿਆ ਕਰਨਾ ਹੈ। ਜੇ ਉਹ ਗਲਤ ਪ੍ਰਚਾਰ ਕਰ ਰਿਹਾ, ਚਾਹੇ ਕੋਈ ਵੀ ਹੈ, एल्डर्स है या अपना सुसमाचार प्रचारक है या पासवान है, उन्होंने साफ रीति नाल दस देना है, भाई ये सही नहीं है, इनू सही करो ताकि कलीसिया दी उन्नति हो सके। जेड़ा एक भरोसे वजों उन्होंने दिता गया सी, जिस दे विच असी पहला तीमोथियस उस दा एक अध्याय 11 ਤੋਂ 14 पढ़ते हैं। पहला तीमोथियस एक अध्याय उसका 11 ਤੋਂ 14 मैं आप दे लिए पढ़ रहा हाँ। इत्थे लिखा है, ओ उस परम धन परमेश्वर दे प्रताप दी खुशखबरी दे अनुसार है जेड़ी मैनू सौंपी गई। पौलुस कहता है, ਇਹਦਾ मतलब पता लग रहा पौलुस का एक एक वचन, उन्हें 14 पत्रियां लिखियां आत्मिक, ਉਹਦੇ ਚ कोई सवालिया निशानी खड़ा कर सकता है। और उस तो बाद कहता है, मैं मसीह यसू साडे प्रभु दा जिन मैनू बल दिता धन्नवाद करदा हां, इस लई जो ओने मैनू मतावर समझ के इस सेवकाई उत्ते लाया, उपदेशक दे तौर ते लाया। ये मैनू अपने आप नू बोध हो जाता है हाँ कि परमेश्वर मेरे नाल वचन दे उत्ते गल कर रहा है। फिर अगे कहता है, भावें मैं पहला कुफर वकण वाला सी, सताउण वाला सी अते धक्के खोर सां, पर मेरे उत्ते रहम होया, इस लई मैं ये बेप्रतीति विच अनजाणपुणे नाल कीता अते साडे प्रभु यसू दी किरपा निचा अते प्रेम नाल जो मसीह यसू विच है अत कनेरी होई। कादी? वचन दे उपदेश करन दी सेवा। पौलुस एक बहुत अच्छा टीचर अते उपदेशक सी और बड़े प्यार दे नाल जिथे ਉਹ ਝੜਕਦਾ ਸੀ ਉੱਥੇ ਝੜਕਦਾ ਵੀ ਸੀ, ਜਿੱਥੇ ਕਿਸੇ ਨੂੰ ਸਮਝਾਉਣਾ ਸੀ ਸਮਝਾਉਂਦਾ ਵੀ ਸੀ, ਜਿਸ ਨੂੰ ਪਰਮੇਸ਼ਵਰ ਦੇ ਵਚਨ ਦਾ ਇਲਮ ਨਹੀਂ ਸੀ ਉਹਨੂੰ ਇਲਮ ਦਿੰਦਾ ਵੀ ਸੀ। ਇਹ ਇੱਕ ਬੜੀ ਗੰਭੀਰ ਸੇਵਕਾਈ ਉਸ ਦੇ ਵਿੱਚ ਅਸੀਂ ਵੇਖਦੇ ਹਾਂ। ਔਰ ਉਸ ਦੇ ਵਿੱਚ ਅਸੀਂ ਇਸ ਦੇ 3 ਪਾਰਟ ਹੈ ਜੋ ਉਪਦੇਸ਼ਕ ਦੇ ਨਾਲ ਮੈਂ ਹੌਲੀ ਹੌਲੀ ਆਪ ਨੂੰ ਇਸ ਨੂੰ ਦੱਸਦਾ। ਉਹਨਾਂ ਨੇ ਵਫਾਦਾਰੀ ਨਾਲ ਕਲੀਸਿਆ ਨੂੰ ਬਾਈਬਲ ਪ੍ਰਕਾਸ਼ ਅਤੇ ਮਸੀਹ ਅਤੇ ਰਸੂਲਾਂ ਦੇ ਮੂਲ ਸੰਦੇਸ਼ ਵੱਲ ਲੈ ਕੇ ਜਾਣਾ, ਇਹ ਸੇਵਾ ਦਾ ਕੰਮ ਉਹਨਾਂ ਨੂੰ ਦਿੱਤਾ ਗਿਆ ਹੈ। ਅਤੇ ਪਰਮੇਸ਼ਵਰ ਦੇ ਲੋਕਾਂ ਨੂੰ ਤਿਆਰ ਕਰਨ ਵਿੱਚ ਸਹਾਇਤਾ ਕਰਨਾ, ਇਹ 4 ਦੇ 12 ਦੇ ਵਿੱਚ ਅਸੀਂ ਪੜ੍ਹਦੇ ਹਾਂ। ਮੈਂ ਇਸ ਵਿੱਚ ਆਪ ਨੂੰ ਬੜਾ ਖੋਲ ਕੇ ਸਮਝਾਵਾਂਗਾ ਕਿ ਜਿਨ੍ਹਾਂ ਨੂੰ ਉਪਦੇਸ਼ਕ ਦੇ ਤੌਰ ਤੇ ਸੱਦਿਆ ਹੈ। ਜਦੋਂ ਅਫੀਸੀਆਂ ਦੀ ਪੁਸਤਕ ਅਸੀਂ 4 ਦਾ 11 12 ਆਪ ਦੇ ਨਾਲ ਪੜ੍ਹਿਆ ਹੈ ਤਾਂ ਉਸ ਵਿੱਚ ਪੌਲਸ ਰਸੂਲ ਇੱਥੇ 12 ਆਇਤ ਦੇ ਵਿੱਚ ਕਹਿੰਦਾ ਹੈ, ਤਾਂ ਜੋ ਸੇਵਕਾਈ ਦੇ ਕੰਮ ਲਈ ਸੰਤ ਸਿੱਧ ਹੋਣ ਅਤੇ ਮਸੀਹ ਦੀ ਦੇਹੀ ਉਸਤਤੀ ਜਾਵੇ। ਸੇਵਕਾਈ ਦੇ ਕੰਮ ਲਈ ਸੰਤ ਮਤਲਬ ਕਲੀਸਿਆ ਸਿੱਧ ਹੋਵੇ ਅਤੇ ਮਸੀਹ ਦੀ ਦੇਹ ਉਸਰਦੀ ਜਾਵੇ। ਮਸੀਹ ਦੀ ਦੇਹ ਸਾਰੇ ਮਿਲ ਕੇ ਅਸੀਂ ਮਸੀਹ ਦੀ ਦੇਹ ਆ, ਉਹ ਉਸਰਦੀ ਜਾਵੇ। ਉਹਦੇ ਨਾਲ ਇਹ ਗੱਲ ਸਿੱਧ ਹੋਵੇ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਪਿਛਲੇ ਸੰਦੇਸ਼ਾਂ ਦੇ ਵਿੱਚ ਦੇ ਚੁੱਕਾ ਕਿ ਆਤੰਕਿਆ ਦੀ ਕਲੀਸਿਆ ਦੇ ਵਿਸ਼ਵਾਸੀ ਸਭ ਤੋਂ ਪਹਿਲਾਂ ਮਸੀਹੀ ਸਦਾਏ, ਕਿਉਂਕਿ ਲੋਕਾਂ ਨੇ ਉਹਨਾਂ ਦੇ ਵਿੱਚ ਮਸੀਹ ਦਾ ਸਵਰੂਪ ਵੇਖਿਆ। ਇਹ ਉਪਦੇਸ਼ਕ ਦੇ ਉਪਦੇਸ਼ ਦੇ ਨਾਲ ਹੋ ਸਕਦਾ ਹੈ। ਇਹ ਪਹਿਲਾ ਕਾਰਜ ਹੈ। ਦੂਸਰਾ ਕਾਰਜ ਮੈਂ ਕੱਲ ਆਪ ਦੇ ਨਾਲ ਰੂਬਰੂ ਹੋਵਾਂਗਾ, ਉਸ ਦੇ ਵਿੱਚ ਆਪ ਨੂੰ ਇਸ ਉਪਦੇਸ਼ਕ ਦੇ 3 ਪੜਾਵ, ਦੂਸਰਾ ਕਾਰਜ ਕੀ ਆ ਉਸ ਦੇ ਬਾਰੇ ਮੈਂ ਆਪ ਨੂੰ ਦੱਸਾਂਗਾ, ਤਾਂ ਕਿ ਅਸੀਂ ਪ੍ਰਭੂ ਦੀ ਸਿੱਧਤਾ ਦੇ ਵਿੱਚ ਦਿਨ ਪ੍ਰਤੀ ਦਿਨ ਵੱਧਦੇ ਜਾਈਏ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਬਰਕਤ ਦੇਵੇ। ਜੈ ਮਸੀਹ ਦੀ। ਮਾਰਾਨਾਥਾ।